ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਆਪਾਂ ਉਸ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਾਡੇ ਨਾਲ ਮੌਜੂਦ ਨੇ ਗੌਤਮ ਜੈਨ ਜੀ, ਜਿਹੜੇ IAS ਨੇ। UPSC ਵੱਲ ਜਾਣਾ ਜਾਂ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਜਿਹੜੇ ਐਗਜ਼ਾਮ ਹੈ, ਬੱਚਿਆਂ ਨੇ ਉੱਧਰ ਜਾਣਾ ਜਾਂ ਕੋਈ ਜਾ ਰਿਹਾ ਹੈ ਜਾਂ ਕੋਈ ਨੇੜ ਦੀ ਲੰਘ ਰਿਹਾ ਹੈ, ਤਾਂ ਉਹਨੂੰ ਕਿਵੇਂ ਆਪਣਾ ਮਾਨਸਿਕ ਸੰਤੁਲਨ, ਪੜ੍ਹਾਈ ਹੈ ਜਿਹੜੀ ਇੱਕ ਰੌਚਕ ਅਤੇ ਹੌਸਲੇ ਦੀਆਂ ਕਹਾਣੀਆਂ ਹੈ, ਤਾਂ ਜੋ ਕੋਈ ਵਿਦਿਆਰਥੀ ਜਾਂ ਕੋਈ ਨੌਜਵਾਨ ਇੱਧਰ ਨੂੰ ਆ ਰਿਹਾ ਹੈ ਤਾਂ ਉਸ ਕੁਛ ਨਾ ਕੁਛ ਨੁਕਤਿਆਂ ਤੋਂ ਸਿੱਖ ਕੇ, ਕੁਛ ਨਾ ਕੁਛ ਕਹਾਣੀਆਂ ਤੋਂ ਸਿੱਖ ਕੇ ਆਪਣੇ ਜੀਵਨ ਦੇ ਇਸ ਟੀਚੇ ਨੂੰ ਚੰਗੀ ਤਰ੍ਹਾਂ ਸਰਵ ਕਰ ਸਕੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ। ਠੀਕ ਹੋ? ਬਹੁਤ ਵਧੀਆ। ਸ਼ੁਰੂਆਤ ਕਰੀਏ ਕਿ ਜਦੋਂ ਬੰਦਾ ਗੋਲ ਰੱਖਦਾ ਹੈ ਕਿ UPSC ਵੱਲ ਜਾਣਾ ਹੈ ਜਾਂ ਸਿਵਲ ਸਰਵਿਸ ਦੀਆਂ, ਚਾਹੇ ਪੰਜਾਬ ਦੇ ਐਗਜ਼ਾਮ ਹੋਣ ਚਾਹੇ ਨੈਸ਼ਨਲ ਗੱਲ ਕਰੀਏ, ਕਦੋਂ ਕੁ ਗੋਲ ਮਿਥ ਲਿਆ ਸੀ ਕਿ ਇੱਧਰ ਜਾਣਾ ਹੈ? ਡਿਊਰਿੰਗ ਕਾਲਜ ਡੇਜ਼, ਮਤਲਬ ਕਾਲਜ ਦੇ ਵਿੱਚ ਅਸੀਂ ਸੀਗੇ ਤਾਂ ਮੇਰੇ ਨਾਲ ਮੇਰੇ 2-3 ਬੈਚਮੇਟ ਸੀਗੇ ਅਤੇ ਅਸੀਂ 3-4 ਬੰਦਿਆਂ ਨੇ ਕਾਲਜ ਦਾ ਆਖਰੀ ਸਾਲ ਹੁੰਦਾ ਜਦ ਬੰਦਾ ਕਿਸੇ ਇੱਕ ਪੜਾਅ 'ਤੇ ਹੁੰਦਾ ਜਾਂ ਫਿਰ ਉਹ ਅਗਲੇ ਪੜਾਅ ਦੀ ਜਦ ਟਾਈਮ ਆਉਂਦਾ ਬੰਦਾ ਫਿਰ ਹੀ ਸੋਚਦਾ ਹੈ ਕਿ ਹੁਣ ਅੱਗੇ ਕਿੱਥੇ ਜਾਣਾ ਹੈ ਜਾਂ ਕੀ ਕਰਨਾ ਹੈ। ਉੱਦਾਂ ਦੀ ਕੋਈ ਟਾਈਮ ਸੀਗਾ। ਅਸੀਂ 3-4 ਦੋਸਤ ਸੀਗੇ, 3-4 ਦੋਸਤ ਇਕੱਠੇ ਹੋ ਕੇ ਤਿਆਰੀ ਕਰਨ ਆ ਗਏ ਅਤੇ ਅੱਜ ਚਲੋ ਰੱਬ ਦੀ ਮਿਹਰ ਹੈ ਅਤੇ ਸਾਰੇ ਆਪਣੇ ਆਪਣੇ ਕਾਡਰ ਦੇ ਵਿੱਚ। ਅੱਜ ਮੇਰਾ ਇੱਕ ਬੈਚਮੇਟ ਸੀਗਾ UP, ਉਹ ਵੀ ਆਪਣੇ UP ਕਾਡਰ ਦੇ ਵਿੱਚ IAS ਆਫਿਸਰ ਹੈ। ਇੱਕ ਪੰਜਾਬ ਕਾਡਰ ਦੇ ਵਿੱਚ ਮੇਰਾ ਜੂਨੀਅਰ ਸੀਗਾ ਮਨਿੰਦਰ, ਉਹ 2020 ਬੈਚ IPS ਹੈਗਾ ਇੱਥੇ। ਤਾਂ ਬਟ ਚਲੋ ਉਹ ਤਾਂ ਕਦੇ ਨਾ ਕਦੇ ਡਿਸੀਜ਼ਨ ਲੈਂਦੇ ਆ ਤਾਂ ਉਹ ਡਿਸੀਜ਼ਨ ਕਦੇ ਨਾ ਕਦੇ ਅੱਗੇ ਜਾ ਕੇ ਤੁਹਾਨੂੰ ਜਦੋਂ ਡਿਸੀਜ਼ਨ ਲਿਆ ਤੁਹਾਨੂੰ ਲੱਗਿਆ ਕਿ ਰਾਈਟ ਟਾਈਮ ਲਿਆ ਗਿਆ ਡਿਸੀਜ਼ਨ ਹੈ? ਇੱਕ ਹੁੰਦਾ ਨਾ ਵੀ ਕਈ ਵਾਰੀ ਲੇਟ ਹੋ ਜਾਂਦਾ ਹੈ, ਉਹ ਚੇਨ ਨਹੀਂ ਬਣਦੀ ਦੁਬਾਰਾ ਪੜ੍ਹਨ ਦੀ। ਇਸ ਦੇ ਵਿੱਚ ਮੈਂ ਰਾਈਟ ਔਰ ਰੋਂਗ ਤਾਂ ਕਹਾਂਗਾ ਨਹੀਂ, ਕੋਈ ਵੀ ਟਾਈਮ ਕੁਝ ਨਹੀਂ ਹੁੰਦਾ। ਟਾਈਮ ਰਾਈਟ ਉਹ ਹੈ ਜਿਹਦੇ 'ਚ ਮਾਈਂਡ ਸੈਟ ਰਾਈਟ ਹੋਵੇ ਤੁਹਾਡਾ ਜੀ। ਠੀਕ ਹੈ, ਤੁਸੀਂ ਅਗਰ ਕੋਈ ਟੀਚਾ ਮਿੱਥ ਲਿਆ ਤਾਂ ਤੁਸੀਂ ਮਾਨਸਿਕ ਤੌਰ 'ਤੇ ਉਸ ਟੀਚੇ ਨੂੰ, ਮਿੱਥੇ ਹੋਏ ਟੀਚੇ ਨੂੰ ਮਿਹਨਤ ਕਰਨ ਲਈ ਤੁਸੀਂ ਮਾਨਸਿਕ ਤੌਰ 'ਤੇ ਤਿਆਰ ਹੋ। ਠੀਕ ਹੈ, ਅਗਰ ਤੁਸੀਂ ਕੋਈ ਟੀਚਾ ਮਿਲ ਲਿਆ ਬਟ ਤੁਸੀਂ ਆਪਣੇ ਆਪ ਨੂੰ ਮੈਂਟਲੀ ਰੈਡੀ ਨਹੀਂ ਕਰ ਰਹੇ ਹੋ, ਤੁਸੀਂ ਉਸ ਲਈ ਐਫਰਟ ਹੀ ਨਹੀਂ ਕਰ ਰਹੇ ਹੋ, ਬਟ ਤੁਸੀਂ ਆਪਣਾ ਟਾਰਗੇਟ ਬਣ ਲਿਆ ਹੈ, ਉਹ ਰਾਈਟ ਟਾਈਮ ਰੋਂਗ ਟਾਈਮ ਹੋ ਸਕਦਾ ਹੈ। ਬਟ ਅੰਟਿਲ ਐਂਡ ਅਨਲੈਸ ਜਦ ਤੱਕ ਤੁਹਾਡਾ ਮੈਂਟਲ ਸੰਤੁਲਨ, ਮਾਨਸਿਕ ਤੌਰ 'ਤੇ ਤੁਸੀਂ ਇਸ ਚੀਜ਼ ਲਈ ਤਿਆਰ ਹੋ ਕਿ ਹਾਂ ਇਸ ਕੰਮ ਨੂੰ ਮੈਂ ਚੁਣਿਆ, ਇਸ ਕੰਮ ਦੇ ਵਿੱਚ ਮਿਹਨਤ ਲੱਗਣੀ ਹੈ, ਟਾਈਮ ਲੱਗਣਾ ਹੈ, ਉਹ ਮਿਹਨਤ ਅਤੇ ਟਾਈਮ ਲਾਉਣ ਨੂੰ ਮੈਂ ਤਿਆਰ ਹਾਂ, ਤਾਂ ਉਹ ਸਹੀ ਸਮਾਂ ਹੈ। ਜਦੋਂ ਸਰ ਚੁਣ ਲੈਂਦਾ ਬੰਦਾ ਵੀ ਆਹ ਕੰਮ ਕਰਨਾ, ਉਸ ਤੋਂ ਬਾਅਦ ਹੁੰਦਾ ਵੀ ਪੜ੍ਹਨਾ ਕਿੱਥੋਂ ਹੈ, ਇੰਸਟੀਟਿਊਟ ਕਿਹੜਾ ਫੜਿਆ ਜਾਵੇ। ਇਹ ਇੱਕ ਵੀ ਜਿਹੜਾ ਗੋਲ ਚੁਣਦਾ ਵਿਦਿਆਰਥੀ ਹੈ, ਜਦੋਂ ਤੁਸੀਂ ਕਾਲਜ ਟਾਈਮ ਸੀਗੇ, ਇਹ ਹਰ ਕਿਸੇ ਦਾ ਇੱਕ ਸਵਾਲ ਹੁੰਦਾ ਜ਼ਿਹਨ 'ਚ, ਇਹਨੂੰ ਕਿਵੇਂ ਸੋਲਵ ਕੀਤਾ? ਦੇਖੋ, ਜਿਵੇਂ ਹਰ ਚੀਜ਼ ਦੇ ਵਿੱਚ ਆਪਾਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਟਾਈਮ ਲੱਗਦਾ ਹੈ। ਹਰ ਚੀਜ਼ ਨੂੰ ਸਮਝਣ 'ਚ ਟਾਈਮ ਲੱਗਦਾ ਹੈ। ਹਰ ਚੀਜ਼ ਦਾ ਸਹੀ ਮੁਕਾਮ 'ਤੇ ਕਿਸ ਤਰ੍ਹਾਂ ਕਰਨਾ ਹੈ ਉਸ ਨੂੰ ਵੀ ਟਾਈਮ ਲੱਗਦਾ ਹੈ। ਇਸ ਤਰੀਕੇ ਹੀ ਕਿ ਕੀ ਚੀਜ਼ ਪੜ੍ਹਨੀ ਚਾਹੀਦੀ ਹੈ, ਕੀ ਨਹੀਂ ਪੜ੍ਹਨੀ ਚਾਹੀਦੀ। ਮੈਨੂੰ ਯਾਦ ਹੈ ਅੱਜ ਵੀ, ਜਦ ਮੈਂ ਨਵਾਂ ਪੜ੍ਹਨ ਲੱਗਿਆ ਸੀਗਾ, ਤਿਆਰੀ ਕਰਨ ਲੱਗਿਆ ਸੀ, ਮੈਂ ਬੁੱਕ ਖੋਲ੍ਹ ਲੈਂਦਾ ਸੀ, ਉਹਦਾ ਪਹਿਲਾ ਪੇਜ ਪੜ੍ਹਦਾ ਸੀ ਅਤੇ ਆਖਰੀ ਤੱਕ ਪੜ੍ਹਦਾ ਚਲਾ ਜਾਂਦਾ ਸੀ। ਉਹਦੇ 'ਚ ਮੈਨੂੰ ਟਾਈਮ ਵੱਧ ਲੱਗਦਾ ਸੀ। ਫਿਰ ਹੌਲੀ ਹੌਲੀ ਸਮਝ ਬਣਦੀ ਹੈ, ਤੁਹਾਨੂੰ ਰਿਅਲਾਈਜ਼ ਹੁੰਦਾ ਹੈ ਕਿ ਕੀ ਚੀਜ਼ ਇੰਪੋਰਟੈਂਟ ਹੈ, ਕਿਸ ਚੀਜ਼ 'ਤੇ ਫੋਕਸ ਕਰਨਾ ਹੈ, ਕਿਸ ਚੀਜ਼ 'ਤੇ ਨਹੀਂ ਫੋਕਸ ਕਰਨਾ। ਇਟ ਟੁੱਕ ਅ ਪੀਰੀਅਡ ਆਫ 3 to 6 months, ਜਿਹਦੇ ਵਿੱਚ ਮੈਂ ਕਹਿ ਸਕਦਾ ਕਿ ਇੱਧਰ ਉੱਧਰ ਸਾਰੇ ਪਾਸੇ ਦੇਖਿਆ, ਕੋਚਿੰਗ ਇੰਸਟੀਟਿਊਟਸ ਵਗੈਰਾ ਦੇਖੇ, ਔਨਲਾਈਨ ਨੈੱਟ 'ਤੇ ਸਰਚ ਕੀਤਾ, ਪੁਰਾਣੇ ਸਕਸੈਸਫੁਲ ਸਟੂਡੈਂਟਸ ਦੀ ਸਟੋਰੀਜ਼ ਪੜ੍ਹੀ, ਬੁੱਕਸ ਪੜ੍ਹੀਆਂ। ਕੁਛ ਬੁੱਕਸ ਨੂੰ ਥੋਰਲੀ ਰੀਡ ਕਰਨ ਤੋਂ ਬਾਅਦ ਇਟ ਟੁੱਕ ਅ ਟਾਈਮ ਆਫ 3 to 6 months, ਜਿਹਦੇ ਵਿੱਚ ਇਹ ਅੰਡਰਸਟੈਂਡਿੰਗ ਪੂਰੀ ਤਰ੍ਹਾਂ ਬਣਦੀ ਹੈ ਕਿ ਮੈਂ ਕਿਸ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ। ਡਾਇਰੈਕਸ਼ਨ ਲੱਭਣ ਦੇ ਵਿੱਚ, ਇਹ ਤਾਂ ਜ਼ਿੰਦਗੀ ਦੇ ਵਿੱਚ ਹਰ ਚੀਜ਼ 'ਚ ਹੀ ਹੈ। ਤੁਸੀਂ ਕੋਈ ਵੀ ਚੀਜ਼ ਕਰਨ ਲੱਗ ਜਾਓਗੇ ਪਹਿਲੇ ਦਿਨ ਹੀ, ਤਾਂ ਅਗਰ ਤੁਹਾਨੂੰ ਸਿੱਧਾ ਸਾਰਾ ਰਸਤਾ ਕਲੀਅਰ ਮਿਲ ਜਾਂਦਾ ਹੈ, ਉਹ ਤਾਂ ਫਿਰ ਤੁਹਾਨੂੰ ਗੋਡ ਗਿਫਟ ਹੀ ਹੈ। ਬਟ ਅਦਰਵਾਈਜ਼ ਤੁਹਾਨੂੰ 6-8 ਮਹੀਨੇ ਹਰ ਚੀਜ਼ ਦੇ ਵਿੱਚ, ਸਾਲ ਕਿਸੇ ਚੀਜ਼ 2 ਸਾਲ, ਤੁਹਾਨੂੰ ਅਸਲੀ ਰਸਤਾ ਲੱਭਣ ਲਈ ਲੱਗ ਹੀ ਜਾਂਦਾ ਹੈ। ਇੱਕ ਕਾਮਨ ਸਵਾਲ ਹੈ ਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਦੀ ਸਿਟਿੰਗ ਬਹੁਤ ਜ਼ਰੂਰੀ ਹੈ, ਬਹੁਤ ਲੰਬੀ ਹੁੰਦੀ ਹੈ, 10 ਘੰਟੇ 12 ਘੰਟੇ 13 ਘੰਟੇ। ਉਹ ਵੀ ਇੱਕ ਵਿਦਿਆਰਥੀਆਂ ਨੂੰ ਕਈ ਵਾਰੀ ਘਬਰਾਹਟ ਦਾ ਕਾਰਨ ਬਣਦੀ ਹੈ, ਇੰਨੀ ਸਿਟਿੰਗ ਕਰਨੀ ਪਊ। ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਇਸ ਮਸਲੇ ਨੂੰ ਮੈਂ ਇਸ 'ਤੇ ਟਿੱਪਣੀ ਵੀ ਇਹੀ ਕਰਨਾ ਚਾਹੂੰਗਾ ਕਿ ਅਗਰ ਆਪਾਂ ਕਿਸੇ ਚੀਜ਼ ਨੂੰ ਦੇਖੋ, ਹਰ ਚੀਜ਼ ਸਾਡੇ ਮੈਂਟਲੀ ਮਾਈਂਡਸੈਟ ਨੂੰ ਅਫੈਕਟ ਕਰਦੀ ਹੈ। ਤਾਂ ਅਗਰ ਕਿਸੇ ਚੀਜ਼ ਦਾ ਅਸੀਂ ਬੋਝ ਬਣਾਉਣਾ ਸ਼ੁਰੂ ਕਰ ਦਿਆਂਗੇ ਤਾਂ ਉਹ ਚੀਜ਼ ਸਾਨੂੰ 10 ਘੰਟੇ ਤਾਂ ਫਿਰ 24 ਘੰਟੇ ਬਰਾਬਰ ਲੱਗਣਗੇ।
ਉਸ ਚੀਜ਼ ਦਾ ਬੋਝ ਨਹੀਂ ਬਣਾਉਣਾ ਚਾਹੀਦਾ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਅਸੀਂ ਤਿਆਰੀ ਕਰਨ ਲੱਗਦੇ ਹਾਂ ਤਾਂ ਚਲੋ ਜਿਵੇਂ ਸਾਡਾ ਐਜੂਕੇਸ਼ਨ ਸਿਸਟਮ ਹੈ, ਜਦੋਂ ਅਸੀਂ ਤਿਆਰੀ ਕਰਨ ਲੱਗਦੇ ਹਾਂ UPSC ਦੀ ਤਾਂ ਸਾਡੇ ਨੌਲੇਜ ਦੇ ਪੈਰਾਮੀਟਰਸ ਕਾਫੀ ਖੁੱਲ ਜਾਂਦੇ ਆ। ਜਿਵੇਂ ਮੈਂ ਇੱਕ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਹੈਗਾ ਤਾਂ ਮੈਂ ਬਹੁਤ ਜ਼ਿਆਦਾ ਸੋਸ਼ਲ ਸਾਇੰਸਿਸ ਨੂੰ ਨਹੀਂ ਪੜ੍ਹਿਆ ਸੀ ਟਿਲ ਜੋ 10th ਤੱਕ ਪੜ੍ਹਦੇ ਆ ਉਨਾ ਹੀ ਪੜ੍ਹਿਆ ਸੀ। ਬਟ ਜਦੋਂ ਸੋਸ਼ਲ ਸਾਇੰਸਿਸ ਵਗੈਰਾ ਪੜ੍ਹਨੇ ਲੱਗੇ ਤਾਂ ਉਹ ਇੰਟਰਸਟ ਇੰਨਾ ਕ੍ਰੀਏਟ ਹੋਇਆ ਕਿ ਤੁਸੀਂ ਰੁਝਾਨ ਬਣ ਜਾਂਦਾ ਹੈ। ਫਿਰ ਉਹ ਜਦ ਰੁਝਾਨ ਬਣ ਜਾਂਦਾ ਹੈ, ਜਦ ਤੁਹਾਨੂੰ ਇੰਟਰਸਟਿੰਗ ਹੋਣ ਲੱਗ ਜਾਂਦਾ, ਤੁਹਾਨੂੰ ਮਜ਼ਾ ਆਉਣ ਲੱਗ ਜਾਂਦਾ, ਫਿਰ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦੇ 10-12 ਘੰਟੇ। ਜੇ ਅਸੀਂ ਸਿਰਫ ਇਸ ਕਰਕੇ ਪੜ੍ਹ ਰਹੇ ਹਾਂ ਕਿ ਯਾਰ ਮੈਂ 10 ਘੰਟੇ ਪੜ੍ਹਨਾ ਹੈਗਾ, ਫਿਰ ਤਾਂ ਤੁਸੀਂ ਐਫਰਟ ਉਹ 10 ਘੰਟੇ ਦੀ ਪ੍ਰੋਡਕਟਿਵਿਟੀ ਵੀ ਨਹੀਂ ਨਿਕਲਦੀ। ਪ੍ਰੋਡਕਟਿਵਿਟੀ ਵੀ ਤਦ ਹੀ ਨਿਕਲਦੀ ਹੈ ਜਦ ਤੁਸੀਂ ਮੈਂਟਲੀ ਫ੍ਰੀ ਹੁੰਦੇ ਹੋ ਔਰ ਤੁਸੀਂ ਇਸ ਚੀਜ਼ ਨੂੰ ਇੰਜੋਏ ਕਰਦੇ ਹੋ। ਦੂਸਰੀ ਗੱਲ ਮੈਂ ਇਸ ਦੇ ਵਿੱਚ ਕਹਿਣਾ ਚਾਹਾਂਗਾ ਕਿ UPSC ਜੈਸਾ ਐਗਜ਼ਾਮ ਜਿਵੇਂ ਵੀ ਹੈਗਾ ਉਹ ਇੱਕ ਅੰਡਰਸਟੈਂਡਿੰਗ ਦਾ ਐਗਜ਼ਾਮ ਹੈਗਾ। ਉਹਦੇ ਵਿੱਚ ਯੈਸ ਪ੍ਰੋਬੇਬਲੀ ਮੈਨੀ ਪੀਪਲ ਸੇ ਨੰਬਰ ਆਫ ਆਵਰਸ ਮੈਟਰ। ਮੇਰੇ ਹਿਸਾਬ ਨਾਲ ਇੱਕ ਉਹ ਤੁਹਾਡੀ ਬੇਸਿਕ ਅੰਡਰਸਟੈਂਡਿੰਗ ਨੂੰ ਟੈਸਟ ਕਰਦੇ ਆ ਕਿ ਕਿਸੇ ਵੀ ਦੁਨੀਆ ਦੀ ਸਮੱਸਿਆ, ਭਾਰਤ ਦੀ ਸਮੱਸਿਆ, ਕਿਸੇ ਵੀ ਸਮੱਸਿਆ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ। ਅੰਡਰਸਟੈਂਡਿੰਗ ਕਿਹੋ ਜਿਹੀ ਹੈ, ਸਮਝ ਕਿਹੋ ਜਿਹੀ ਹੈ ਤੁਹਾਡੀ, ਸਮਝ ਕੈਸੀ ਹੈ। ਉਸ ਸਮਝ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਲਿਮਿਟਿਡ ਦਾਇਰਾ ਨਹੀਂ ਹੈਗਾ ਕਿ ਮੈਨੇ ਆਹ 4 ਕਿਤਾਬਾਂ ਪੜ੍ਹ ਲਈਆਂ, ਮੈਨੇ ਆਹ 6 ਕਿਤਾਬਾਂ ਪੜ੍ਹ ਲਈਆਂ। ਇਟਸ ਆਲ ਕਿ ਤੁਸੀਂ ਕਿੰਨਾ ਪੜ੍ਹਦੇ ਹੋ, ਤੁਸੀਂ ਉਸ ਚੀਜ਼ ਬਾਰੇ ਕਿੰਨਾ ਐਨਾਲਾਈਜ਼ ਕਰਦੇ ਹੋ, ਕਿੰਨਾ ਸੋਚਦੇ ਹੋ ਔਰ ਤੁਹਾਡੀ ਉਸ ਚੀਜ਼ ਬਾਰੇ ਕੀ ਖੁਦ ਦੇ ਪਰਸਨਲ ਵਿਚਾਰ ਕੀ ਬਣਦੇ ਨੇ, ਤੁਹਾਡੀ ਸਮਝ ਕੀ ਆਖਦੀ ਹੈ, ਤੂੰ ਸਮਝ ਕੀ ਆਖਦੀ ਹੈ। ਉਸ ਚੀਜ਼ ਤੇ ਹੀ UPSC ਦਾ ਐਗਜ਼ਾਮ ਨਿਰਧਾਰਿਤ ਹੈ ਔਰ ਉਸ ਚੀਜ਼ ਲਈ ਨੰਬਰ ਆਫ ਘੰਟੇ ਮੈਟਰ ਨਹੀਂ ਕਰਦੇ। ਉਸ ਚੀਜ਼ ਲਈ ਤੁਸੀਂ ਕਿੰਨੇ ਘੰਟੇ ਰੁਚੀ ਨਾਲ ਪੜ੍ਹੇ ਹੋ, ਕਿੰਨੀ ਤੁਸੀਂ ਅੰਡਰਸਟੈਂਡਿੰਗ ਬਣਾਈ ਹੈ। ਕਈ ਵਾਰ ਤੁਸੀਂ ਘੰਟੇ 15 ਲਾਈ ਜਾਓ, ਤੁਸੀਂ ਇੱਕ ਇੱਕ ਚੀਜ਼ ਨੂੰ 4-4 ਵਾਰ ਪੜ੍ਹੀ ਜਾਓ। ਕਈ ਵਾਰ ਤੁਸੀਂ ਸ਼ਾਇਦ ਬਹੁਤ ਰੁਚੀ ਨਾਲ 4 ਘੰਟੇ ਪੜ੍ਹੇ ਹੋ ਤੇ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਬਹਿ ਜਾਏ, ਤੁਹਾਨੂੰ ਸਮਝ ਬਣ ਜਾਏ, ਤੁਹਾਡੀ ਅੰਡਰਸਟੈਂਡਿੰਗ ਬਣ ਜਾਏ। ਪ੍ਰੋਬੇਬਲੀ ਤੁਹਾਨੂੰ 2 ਸਾਲ ਤੱਕ ਐਗਜ਼ਾਮ ਤੱਕ ਉਹ ਟੌਪਿਕ ਵਾਪਸ ਪੜ੍ਹਨ ਦੀ ਲੋੜ ਨਾ ਪਵੇ। ਜਿਹੜੇ ਟੌਪਿਕ ਤੇ ਤੁਹਾਡੀ ਅੰਡਰਸਟੈਂਡਿੰਗ ਹੀ ਨਹੀਂ ਬਣ ਰਹੀ ਉਹਨੂੰ ਤੁਸੀਂ ਨੋਟਸ ਵੀ ਬਣਾਓਗੇ, ਉਹਨੂੰ ਤੁਸੀਂ 4 ਵਾਰ ਵੀ ਪੜ੍ਹੋਗੇ। ਸੋ ਇਟਸ ਆਲ ਕਿ ਤੁਸੀਂ ਕਿੰਨੀ ਰੁਚੀ ਨਾਲ ਪੜ੍ਹਦੇ ਹੋ, ਕਿੰਨੀ ਬਾਰ-ਬਾਰ ਪੜ੍ਹਦੇ ਹੋ। UPSC 'ਚ ਇੱਕ ਤੀਸਰੀ ਚੀਜ਼ ਇਹ ਹੁੰਦੀ ਹੈ ਕਿ ਹਰ ਚੀਜ਼ ਦੀ ਅੰਡਰਸਟੈਂਡਿੰਗ, ਉਸ ਦੀ ਗਹਿਰਾਈ, ਉਸ ਦੇ ਪੈਰਾਮੀਟਰਸ, ਉਸ ਦੀ ਡਾਇਮੈਂਸ਼ਨਸ ਜੀ ਥੋੜ੍ਹੀ ਦੇਰ ਬਾਅਦ ਜਾਂ ਫਿਰ ਕੁਛ ਟਾਈਮ ਬਾਅਦ ਸਮਝ ਆਉਂਦਾ ਹੈ। ਜਿਵੇਂ ਮੈਂ ਇੱਕ ਬੇਸਿਕ ਟੈਸਟ ਦਾ ਦੱਸ ਦਿੰਦਾ, ਜਿਵੇਂ ਬਚਪਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਸੋਸ਼ਲ ਸਾਇੰਸ ਨੂੰ ਸੋਸ਼ਲ ਸਾਇੰਸ, ਜੋਗਰਾਫੀ ਨੂੰ ਜੋਗਰਾਫੀ, ਹਿਸਟਰੀ ਨੂੰ ਹਿਸਟਰੀ। ਇਹ ਜਿਹੜੀ ਡਿਵਾਈਡੇਸ਼ਨ ਆਫ ਸਬਜੈਕਟ ਹੈ ਇਹ ਬਚਪਨ ਸਾਡੀ, ਕਿਉਂਕਿ ਪੈਡਾਗੋਜੀ ਐਸੀ ਹੈ, ਸਾਡੀ ਸਕੂਲਿੰਗ ਐਸੀ ਹੈ ਕਿ ਇਸ ਤਰੀਕੇ ਨਾਲ ਹੀ ਅਸੀਂ ਸੋਚਦੇ ਸੀਗੇ। ਬਟ ਜਦ ਤੁਸੀਂ UPSC ਵਰਗਾ ਐਗਜ਼ਾਮ ਦਿੰਦੇ ਹੋ ਜਾਂ ਹੋਰ ਕੋਈ ਤੁਸੀਂ ਕੰਪੀਟੀਟਿਵ ਐਗਜ਼ਾਮਸ ਜਾਂਦੇ ਹੋ ਤਾਂ ਤੁਹਾਨੂੰ ਇਹ ਸਮਝ ਆਉਂਦਾ ਹੈ ਕਿ ਕੁਝ ਵੀ ਸੈਪਰੇਟ ਨਹੀਂ ਹੈਗਾ। ਐਵਰੀਥਿੰਗ ਇਜ਼ ਇੰਟਰਲਿੰਕਡ। ਹਿਸਟਰੀ ਤੋਂ ਬਿਨਾਂ ਸੋਸ਼ਲ ਸਾਇੰਸ ਨਹੀਂ ਹੋ ਸਕਦੀ, ਕੌਨਸਟੀਟਿਊਸ਼ਨ ਨਹੀਂ ਹੋ ਸਕਦਾ। ਜੇ ਭਾਰਤ ਦੀ ਆਜ਼ਾਦੀ ਦੀ 100 ਸਾਲ ਦੀ ਜੰਗ ਨਾ ਹੋਵੇ ਤਾਂ ਭਾਰਤ ਦਾ ਜੋ ਸੰਵਿਧਾਨ ਅੱਜ ਐਗਜ਼ਿਸਟ ਕਰਦਾ ਹੈ ਉਹ ਬਹੁਤ ਤਰ੍ਹਾਂ ਉਸ ਦੀ ਹਿਸਟਰੀ ਤੋਂ ਡਿਵਾਈਡ ਹੁੰਦਾ ਹੈ। ਉਸਦੇ ਰੂਲ ਜਿਹੜੇ ਲੀਡਰ ਸੀਗੇ ਉਸ ਦੀ ਇੱਕ ਵਿਜ਼ਨ ਤੋਂ ਡਰਾਈਵ ਹੁੰਦਾ ਹੈ। ਸੋ ਇਸ ਤਰੀਕੇ ਦੇ ਜਿਹੜੇ ਪਹਿਲੂ ਆਉਂਦੇ ਨੇ ਤਾਂ ਉਸ ਦੇ ਵਿੱਚ ਇਹੀ ਕਲੀਅਰ ਹੁੰਦਾ ਹੈ ਕਿ ਜਿੰਨੀ ਤੁਹਾਡੀ ਸਬਜੈਕਟ ਦੀ ਅੰਡਰਸਟੈਂਡਿੰਗ ਜ਼ਿਆਦਾ ਬਣਦੀ ਹੈ ਉਨਾ ਹੀ ਤੁਹਾਡਾ ਜ਼ਿਆਦਾ ਸਕਸੈਸ ਹੋ ਜਾਂਦਾ ਹੈ। ਹਰ ਐਗਜ਼ਾਮ ਹੋਵੇ, ਜ਼ਿੰਦਗੀ ਹੋਵੇ, ਪੌਜ਼ ਆਉਂਦੇ ਆ, ਫੇਲੀਅਰਸ ਆਉਂਦੇ ਆ, ਸਲੋ ਹੋ ਜਾਂਦਾ ਕਿਤੇ ਨਾ ਕਿਤੇ। ਤਾਂ ਇਹ ਐਗਜ਼ਾਮ ਇੱਕ ਇਸ ਤਰ੍ਹਾਂ ਦਾ 1 ਸਾਲ ਦਾ ਇਹਦਾ ਦੇਖਣ ਦਾ ਹੀ ਨਜ਼ਰੀਆ ਹੁੰਦੇ ਆ। 1 ਸਾਲ ਚੱਲਦਾ ਰਹਿੰਦਾ ਕੰਮ ਇਹ। ਜੇ ਕਿਤੇ ਇਹ 3 ਫੇਜ਼ ਹੈ ਇਹਦੇ, ਇੱਕ ਅੱਧਾ ਫੇਜ਼ ਜੇ ਕਿਤੇ ਉਲਝ ਜਾਂਦਾ ਮੰਨ ਕੇ ਚੱਲੋ ਤਾਂ ਉਸ ਫੇਲੀਅਰ 'ਚੋਂ ਨਿਕਲਣ ਲਈ ਤੁਸੀਂ ਮਾਨਸਿਕ ਹਾਲਾਤਾਂ ਨੂੰ ਕਿਵੇਂ ਮੇਨਟੇਨ ਰੱਖਣਾ, ਵਿਦਿਆਰਥੀਆਂ ਨੂੰ ਕੀ ਕਰਨਾ ਚਾਹੀਦਾ? ਇਸ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗਾ, ਦੇਖੋ ਹਰ ਚੀਜ਼ ਜ਼ਿੰਦਗੀ ਦੇ ਵਿੱਚ ਆਪਾਂ ਜਦ ਕਰਦੇ ਹਾਂ ਤਾਂ ਆਪਾਂ ਨੇ ਇੱਕ ਪਰਸੀਵੈਰੈਂਸ ਹੁੰਦੀ ਹੈ ਕਿ ਆਪਣੀ ਕਮਿਟਮੈਂਟ ਹੁੰਦੀ ਹੈ। ਅਸੀਂ ਪੜ੍ਹਦੇ ਹਾਂ, ਜਦ ਅਸੀਂ ਨਰਸਰੀ ਤੋਂ ਸ਼ੁਰੂ ਕਰਦੇ ਹਾਂ ਅਸੀਂ ਆਪਣੀ ਸਕੂਲਿੰਗ, ਕਦੀ ਅਸੀਂ ਗਿਣਦੇ ਹਾਂ ਕਿ ਮੈਨੂੰ 10ਵੀਂ ਤੱਕ ਪਹੁੰਚਣ ਲਈ 15 ਸਾਲ ਲੱਗ ਜਾਣੇ ਜੀ, ਕਿਉਂਕਿ ਪੜਾਵ ਹੈ ਇਸ ਜ਼ਿੰਦਗੀ ਦੇ। ਤੁਸੀਂ ਹੌਲੀ ਹੌਲੀ ਚੜ੍ਹਦੇ ਹੋ ਤਾਂ ਕਿਸੇ ਵੀ ਚੀਜ਼ ਨੂੰ ਇਟਸ ਗੁੱਡ ਕਿ ਤੁਸੀਂ ਕਿਸੇ ਚੀਜ਼ ਨੂੰ 6 ਮਹੀਨੇ 'ਚ ਅਚੀਵ ਕਰ ਲੈਂਦੇ ਹੋ, ਕਿਸੇ ਚੀਜ਼ ਨੂੰ 1 ਸਾਲ 'ਚ ਅਚੀਵ ਕਰ ਲੈਂਦੇ ਹੋ। ਮੇਰੇ ਹਿਸਾਬ ਨਾਲ ਸਮੇਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਬਟ ਅਗਰ ਜੇ ਤੁਸੀਂ ਕੋਈ ਟਾਰਗੇਟ ਚੁਣ ਲੈਂਦੇ ਹੋ ਤਾਂ ਤੁਹਾਨੂੰ ਉਸ ਟਾਰਗੇਟ ਦੇ ਪ੍ਰਤੀ ਇੱਕ ਕਮਿਟਮੈਂਟ ਰੱਖਣੀ ਪੈਂਦੀ ਹੈ, ਪਰਸੀਵਰੈਂਸ ਰੱਖਣੀ ਪੈਂਦੀ ਹੈ। ਕਈ ਵਾਰ ਤੁਹਾਨੂੰ ਫੇਲੀਅਰਸ ਆਉਣਗੇ। ਅਗਰ ਤੁਹਾਨੂੰ ਹਰ ਚੀਜ਼ 'ਤੇ ਸਕਸੈਸ ਆ ਜਾਏ ਤਾਂ ਫਿਰ ਉਹ ਜ਼ਿੰਦਗੀ ਨਹੀਂ ਰਹੀ ਨਾ। ਕੀ ਬਾਤ ਹੈ। ਉਹ ਜ਼ਿੰਦਗੀ ਤਾਂ ਉਦੋਂ ਹੀ ਹੁੰਦੀ ਹੈ ਜਦ ਫੇਲੀਅਰਸ ਆਉਂਦੇ ਨੇ, ਬਾਰ-ਬਾਰ ਗਿਰਦੇ ਹੋ, ਉੱਠਦੇ ਹੋ, ਮੋਟੀਵੇਟ ਕਰਦੇ ਹੋ
ਔਰ ਇਹ ਸਿਰਫ ਐਗਜ਼ਾਮ ਦੇ ਤੱਕ ਸੀਮਿਤ ਨਹੀਂ ਹੈਗਾ। ਅੱਜ ਮੈਨੂੰ ਨੌਕਰੀ ਕਰਦੇ ਹੋਏ 5 ਸਾਲ ਹੋ ਗਏ, ਤਾਂ ਇਹ ਮੇਰਾ ਇਸ ਦੇ ਵਿੱਚ ਕਹਿਣਾ ਹੈ ਕਿ ਜ਼ਿੰਦਗੀ ਦੀ ਸੱਚਾਈ ਹੈ ਤਾਂ ਕਿ ਤੁਸੀਂ ਹਰ ਰੋਜ਼ ਸਕਸੈਸ ਪਾ ਲਓਗੇ, 6 ਮਹੀਨੇ ਬਾਅਦ ਫਿਰ ਤੁਸੀਂ ਆਪਣੇ ਆਪ ਨੂੰ ਲੋ ਫੀਲ ਕਰ ਸਕਦੇ ਹੋ ਕਿਸੇ ਨਾ ਕਿਸੇ ਮੈਟਰ ਤੇ, ਫਿਰ ਤੁਹਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਨਾ ਪੈਂਦਾ। ਪੂਰੀ ਜ਼ਿੰਦਗੀ ਜੀ ਜਾ ਸਕਦੇ ਹੈ ਜਦ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਸਵੇਰ ਉੱਠ ਕੇ ਮੋਟੀਵੇਟ ਕਰੋ। ਕੀ ਬਾਤ ਹੈ ਜੀ। ਅੱਛਾ ਸਰ, ਜਿਹੜਾ ਹਾਲਾਤ ਹੈ, ਐਨਵਾਇਰਨਮੈਂਟ ਹੈ, ਤੁਹਾਡੇ ਘਰ ਦਾ ਹੋ ਗਿਆ, ਤੁਸੀਂ ਇੱਥੇ ਤਿਆਰੀ ਕਰਦੇ ਹੋ, ਹੋਰ ਕਿਹੜਾ ਸਪੋਰਟ ਸਿਸਟਮ ਕੰਮ ਕਰਦਾ ਜਿਹੜਾ ਤੁਹਾਨੂੰ ਇਸ ਟਰੈਕ ਤੇ ਸਹੀ ਰੱਖਦਾ ਹੈ? ਦੇਖੋ, ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਕਿਸੇ ਵੀ ਬੱਚੇ ਲਈ ਜੋ ਹਲੇ ਆਪਣੇ ਪੈਰਾਂ ਤੇ ਖੜਾ ਨਹੀਂ ਹੋਇਆ, ਉਸਦੇ ਮਾਪੇ ਦੀ ਸਪੋਰਟ, ਬਿਲਕੁਲ ਉਸਦੇ ਮਾਪੇ ਦੀ ਕਰੇਜ, ਸਟਰੈਂਥ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਔਰ ਇਸ ਚੀਜ਼ 'ਚ ਮੈਂ ਆਪਣੇ ਆਪ ਨੂੰ ਭਾਗਿਆਸ਼ਾਲੀ ਵੀ ਸਮਝਦਾ ਕਿ ਮੇਰੇ ਪੈਰੈਂਟਸ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ। ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ, ਮੈਂ ਐਗਜ਼ਾਮ ਦੇਣਾ ਹੈ, ਮੈਂ ਵਾਪਸ ਐਗਜ਼ਾਮ ਦੇਣਾ ਹੈ, ਮੈਂ ਜੌਬ ਨਹੀਂ, ਕੁਝ ਘਰ ਦੇ ਹਾਲਾਤ ਵੀ ਉਸ ਤਰ੍ਹਾਂ ਰਹਿੰਦੇ ਸੀਗੇ ਕਿ ਠੀਕ ਹੈ ਰਿਕੁਆਇਰਮੈਂਟ ਰਹਿੰਦੀ ਸੀ, ਬਟ ਚਲੋ ਫਾਦਰ ਸਾਹਿਬ, ਮਦਰ ਬਹੁਤ ਹਮੇਸ਼ਾ ਦੇ ਜਿੱਥੇ ਵੀ ਕਦੇ ਕੋਈ ਪੜਾਅ ਆਉਂਦਾ ਸੀ, ਮੈਂ ਕਹਿੰਦਾ ਸੀ ਨਹੀਂ ਹਲੇ ਮੈਂ ਸਾਲ 2 ਸਾਲ ਹੋਰ ਲੈਣੇ ਆ, 2 ਸਾਲ ਹੋਰ ਲੈਣੇ ਆ, 3 ਸਾਲ ਹੋਰ ਲੈਣੇ ਆ, 1 ਸਾਲ ਹੋਰ ਲੈਣਾ ਹੈ। ਕੋਈ ਮੈਨੂੰ ਪੜ੍ਹਾਈ ਵੱਲੇ ਕੋਈ ਜ਼ਰੂਰਤ ਪੈਂਦੀ ਸੀ ਤਾਂ ਉਹ ਹਮੇਸ਼ਾ ਨਾਲ ਆ ਕੇ ਖੜ੍ਹਦੇ ਸੀ। ਖਾਸ ਕਰਕੇ ਕੁਝ ਮੈਨੂੰ ਐਗਜ਼ਾਮਸ ਦੇ ਦਿਨ ਯਾਦ ਨੇ ਕਿ ਮੇਰੇ ਮਾਪੇ ਨਾਲ ਆ ਜਾਂਦੇ ਸੀ ਐਗਜ਼ਾਮਸ ਦੇਣ, ਬੋਲੇ ਕਹਿੰਦੇ ਅਸੀਂ ਕੁਝ ਐਗਜ਼ਾਮ ਤਾਂ ਤੂੰ ਹੀ ਕਰ ਸਕਦਾ ਹੈ, ਬਸ ਅਸੀਂ ਖੜ੍ਹੇ ਹਾਂ ਤਾਂ ਕਿ ਤੇਰਾ ਹੌਸਲਾ ਬਣਿਆ ਰਹੇ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਬਹੁਤ ਇੰਪੋਰਟੈਂਟ ਮਾਇਨੇ ਰੱਖਦੀਆਂ ਨੇ ਅਤੇ ਇਹਨਾਂ ਨਾਲ ਹੀ ਤੁਹਾਨੂੰ ਸਟਰੈਂਥ ਮਿਲਦੀ ਹੈ। ਤੁਹਾਡੇ ਮਾਪੇ ਤੁਹਾਡੇ ਨਾਲ ਖੜ੍ਹੇ ਹੁੰਦੇ ਆ ਤਾਂ ਉਹ ਤੁਹਾਡਾ ਹੌਸਲਾ ਤਾਂ ਵਧਾਉਂਦੇ ਹੀ ਨੇ ਜ਼ਿੰਦਗੀ 'ਚ। ਆਖਰੀ ਸਵਾਲ ਹੈ ਸਰ, ਇੰਜੀਨੀਅਰਿੰਗ ਬੈਕਗਰਾਊਂਡ ਜਦੋਂ ਇਸ 'ਤੇ ਸ਼ਿਫਟ ਹੁੰਦਾ ਬੰਦਾ UPSC ਵਾਲੀ ਲਾਈਨ ਦੇ ਵਿੱਚ, ਹੋਰ ਚੀਜ਼ਾਂ ਬਹੁਤ ਸਬਜੈਕਟ ਨੂੰ ਟੱਚ ਕਰਨਾ ਪੈਂਦਾ, ਉਹਨਾਂ ਦੀ ਗਹਿਰਾਈ ਨਾਪਣੀ ਪੈਂਦੀ ਹੈ, ਇਹ ਸ਼ਿਫਟਿੰਗ ਕਿਵੇਂ ਰਹੀ? ਮਜ਼ੇਦਾਰ ਰਹੀ, ਇੰਟਰਸਟਿੰਗ ਰਹੀ, ਔਰ ਇੱਕ ਤਰ੍ਹਾਂ ਤੋਂ ਬੈਟਰਮੈਂਟ ਲਈ ਹੈਲਪ ਕੀਤੀ ਪ੍ਰੋਬੇਬਲੀ ਕਿ ਇੰਜੀਨੀਅਰਿੰਗ ਅਸੀਂ ਕਰਦੇ ਹਾਂ, ਇੰਜੀਨੀਅਰਿੰਗ ਕੀਤੀ, ਇੰਜੀਨੀਅਰਿੰਗ ਦੀ ਇੱਕ ਅਲੱਗ, ਬਟ ਮੈਂ ਇਸ ਦੇ ਵਿੱਚ ਦੋ ਚੀਜ਼ਾਂ ਕਹਿਣਾ। ਇੱਕ ਇੰਜੀਨੀਅਰ ਕੋਈ ਵੀ ਅਸੀਂ ਸਟੱਡੀ ਕਰਦੇ ਹਾਂ ਨਾ, ਉਸ ਓਰੀਐਂਟਡ ਸਾਡਾ ਮਾਈਂਡ ਸੈਟ ਹੋ ਜਾਂਦਾ ਹੈ। ਪ੍ਰੋਬੇਬਲੀ ਅਸੀਂ ਇੰਜੀਨੀਅਰ ਬਣ ਗਏ ਤਾਂ ਸਾਡਾ ਮਾਈਂਡ ਸੈਟ ਥੋੜ੍ਹਾ ਜਿਹਾ ਇੰਜੀਨੀਅਰਿੰਗ ਟਾਈਪ ਹੋ ਜਾਂਦਾ ਜਾਂ ਫਿਰ ਅਸੀਂ ਲੌਜੀਕਲ ਹੋ ਜਾਂਦੇ ਹਾਂ ਰੀਜ਼ਨਿੰਗ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਆ ਨਹੀਂ ਹੈਗਾ ਕਿ ਬਾਕੀ ਲੌਜੀਕਲ ਨਹੀਂ ਹੁੰਦੇ, ਬਟ ਚਲੋ ਫਿਰ ਵੀ ਕੌਨਟੈਕਸਟ ਔਰ ਰਿਲੇਸ਼ਨਸ ਕਰਦੇ ਹਾਂ। ਉਸ ਤੋਂ ਇਲਾਵਾ ਜਦ ਵੀ ਕੋਈ ਦੂਸਰਾ ਪਹਿਲੂ ਚੱਕਦੇ ਹੋ ਉਹ ਤੁਹਾਡੇ ਲਈ ਇੱਕਦਮ ਨਵਾਂ ਹੁੰਦਾ ਹੈ। ਇਹ ਮੇਰੇ ਲਈ ਸਭ ਤੋਂ ਇੰਟਰਸਟਿੰਗ ਪਾਰਟ ਰਿਹਾ ਜਦ ਮੈਂ ਪ੍ਰੀਪਰੇਸ਼ਨ ਕਰਨੀ ਸੀ। ਉਸਦੇ ਪਹਿਲਾ ਸਾਲ 1.5 ਸਾਲ ਬਹੁਤ ਫੈਸੀਨੇਟਿੰਗ ਰਿਹਾ, ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਬਹੁਤ ਜ਼ਿਆਦਾ ਕਦੇ ਧਿਆਨ ਨਾਲ ਨਹੀਂ ਪੜ੍ਹੀਆਂ ਉਹ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਸੀ। ਟੈਕਟੋਨਿਕ ਥਿਊਰੀਜ਼ ਹੋ ਗਈ, ਹਾਊ ਅਰਥ ਇਜ਼ ਫਾਰਮਡ, ਹਾਊ ਕੌਨਸਟੀਟਿਊਸ਼ਨ ਇਜ਼ ਫਾਰਮਡ। ਤਾਂ ਮੇਰੇ ਲਈ ਤਾਂ ਇਹ ਜਰਨੀ ਕੋਈ ਵੀ ਨਵੀਂ ਚੀਜ਼ ਅੱਜ ਵੀ ਜ਼ਿੰਦਗੀ 'ਚ, ਚਾਹੇ ਉਮਰ ਇਨਸਾਨ ਦੀ 50 ਸਾਲ ਹੋ ਜਾਏ, 60 ਸਾਲ ਹੋ ਜਾਏ, ਜਦ ਕੋਈ ਨਵੀਂ ਚੀਜ਼ ਮਿਲਦੀ ਹੈ ਤਾਂ ਮਜ਼ਾ ਤਾਂ ਆਉਂਦਾ ਹੀ ਹੈ। ਉਵੇਂ ਹੀ ਸੀਗਾ ਇਹ ਸਾਰੀ ਜਰਨੀ ਵੀ। ਤਾਂ ਬਟ ਇਸ ਦੇ ਵਿੱਚ ਅਗੇਨ ਉਹੀ ਗੱਲ ਹੈਗੀ ਕਿ ਪਰਸੀਵੈਰੈਂਸ ਹੈਗੀ ਹੈ, ਬੰਦੇ ਦੀ ਕਮਿਟਮੈਂਟ ਮੇਨਟੇਨ ਰਹਿਣੀ ਚਾਹੀਦੀ ਹੈ। ਅੱਜ ਕੱਲ੍ਹ ਸੈਕਿੰਡ ਜਿਹੜੀ ਮੈਂ ਲਾਸਟ ਦੇ ਵਿੱਚ ਇੱਕ ਚੀਜ਼ ਕਹਿਣਾ ਚਾਹੂੰਗਾ, ਸਾਡਾ ਯੂਥ ਬਹੁਤ ਕੇਪੇਬਲ ਹੈ ਔਰ ਮੇਰੀ ਅੰਡਰਸਟੈਂਡਿੰਗ ਇਹ ਬਣਦੀ ਹੈ ਕਿ ਇਹ ਐਗਜ਼ਾਮ ਇੱਕ ਬਹੁਤ ਇੰਟੈਲੀਜੈਂਸ ਦਾ ਐਗਜ਼ਾਮ ਹੋ ਸਕਦਾ, ਬਟ ਇਸ ਦੇ ਤੋਂ ਬਹੁਤ ਜ਼ਿਆਦਾ ਰੱਬ ਇਸ ਐਗਜ਼ਾਮਸ ਦੇ ਵਿੱਚ ਜਾਂ UPSC ਤੁਹਾਡੀ ਪਰਸੀਵੈਰੈਂਸ, ਤੁਹਾਡੀ ਮਿਹਨਤ, ਤੁਹਾਡੀ ਕਮਿਟਮੈਂਟ ਦਾ ਟੈਸਟ ਲੈਂਦਾ ਹੈਗਾ। ਤਾਂ ਇਸ ਦੇ ਵਿੱਚ ਇਸ ਕਮਿਟਮੈਂਟ ਨੂੰ ਹਮੇਸ਼ਾ ਮੇਨਟੇਨ ਕਰਕੇ ਰੱਖਣਾ ਹੀ ਬਹੁਤ ਜ਼ਰੂਰੀ ਹੈ। ਸੈਕਿੰਡ ਜਿਹੜੀ ਚੀਜ਼ ਹੈ ਕਿ ਸਾਡੇ ਯੂਥ ਜਾਂ ਫਿਰ ਸਾਡੀ ਇਸ ਦੇ ਬਾਰੇ ਮੈਂ ਇੱਕ ਚੀਜ਼ ਥੋੜ੍ਹਾ ਜਿਹਾ ਸੋਸ਼ਲੀ ਗਲਤ ਵੀ ਹੋ ਸਕਦਾ ਹੈ, ਬਟ ਜਿਹੜੀ ਸਾਡੀ ਇਸ ਤਰ੍ਹਾਂ ਦੀ ਸੁਸਾਇਟੀ ਨੂੰ ਪੀਅਰ ਸਿਸਟਮ ਹੁੰਦਾ ਹੈ, ਉਹ ਪੀਅਰ ਸਿਸਟਮ ਤੁਹਾਡਾ ਬਚਪਨ 'ਚ ਪੈਰੈਂਟਸ ਤੋਂ ਬਣਦਾ ਹੈ, ਸਕੂਲ ਟੀਚਰਸ ਤੋਂ, ਸਟੂਡੈਂਟਸ ਤੋਂ ਬਣਦਾ ਹੈ। ਉਹ ਪੀਅਰ ਸਿਸਟਮ ਦੇ ਵਿੱਚ ਨਾ ਇੱਕ ਕੌਨਫੀਡੈਂਸ ਹੋਣਾ ਜ਼ਰੂਰੀ ਹੁੰਦਾ, ਕਿਉਂਕਿ ਇਹ ਐਗਜ਼ਾਮ ਜਾਂ ਕੋਈ ਵੀ ਜ਼ਿੰਦਗੀ ਦੀ ਜੰਗ ਹੁੰਦੀ ਹੈ, ਉਹਦੇ 'ਚ ਨਾ ਤੁਹਾਨੂੰ ਕੋਈ ਚੀਜ਼ ਕੰਮ ਕਰਨ, ਤੁਸੀਂ ਕੋਈ ਟੀਚਾ ਲੈ ਲਿਆ ਹੈਗਾ ਤਾਂ ਉਸ ਟੀਚੇ ਦੇ ਵਿੱਚ ਤੁਹਾਨੂੰ ਇਹ ਹੌਸਲਾ ਰੱਖਣਾ ਪੈਂਦਾ ਹੈਗਾ ਕਿ ਮੈਂ ਅਗਰ ਇਹ ਕੰਮ ਮਿੱਥਿਆ ਹੈਗਾ ਤਾਂ ਮੈਂ ਉਸ ਨੂੰ ਕਰ ਸਕਦਾ। ਠੀਕ ਹੈ, ਅੱਜ ਜਿੱਥੇ ਮੇਰੇ ਕੋਲ ਜਿੰਨੇ ਵੀ ਮੇਰੇ ਕੋਲ ਉਸ ਤੋਂ ਬਾਅਦ ਤਿਆਰੀ ਪ੍ਰੀਪਰੇਸ਼ਨ ਤੋਂ ਬਾਅਦ ਕਾਫੀ ਲੋਕ ਤੁਹਾਡੇ ਕੋਲ ਆਉਂਦੇ ਨੇ ਪੁੱਛਣ ਲਈ, ਤਾਂ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਕਿ ਬਾਕੀ ਸਾਰੀ ਸਟੱਡੀਜ਼ ਤਾਂ ਗੱਲ ਠੀਕ ਹੈਗੀ ਕਿ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ, 80-75% ਲੋਕ ਮੈਨੇ ਇਹ ਦੇਖੇ ਜਿਹੜੇ ਸੈਲਫ ਡਾਊਟ ਕਰਦੇ ਹੈ ਕਿ ਹੋ ਪਾਊਗਾ। ਹਾਂ, ਵੱਡਾ ਸਵਾਲ ਹੈ ਇਹ ਸੈਲਫ ਡਾਊਟ। ਮੈਂ ਇਹ ਨਹੀਂ ਕਹਿ ਰਿਹਾ ਕਿ ਸੈਲਫ ਡਾਊਟ ਨਹੀਂ ਆਉਂਦਾ,
ਆਉਂਦਾ ਹਰ ਕਿਸੇ ਦੇ, ਹਰ ਕਿਸੇ ਨੂੰ ਆਉਂਦਾ ਹੈ, ਡਰ ਹਰ ਕਿਸੇ ਨੂੰ ਲੱਗਦਾ ਹੈ ਜ਼ਿੰਦਗੀ ਦੇ ਵਿੱਚ, ਠੀਕ ਹੈ। ਬਟ ਤੁਸੀਂ ਅਗਰ ਸੈਲਫ ਡਾਊਟ ਸੋਚ ਕੇ ਆਪਣੀ ਪੋਟੈਂਸ਼ੀਅਲ ਨੂੰ ਲਿਮਿਟ ਕਰ ਦਿਓਗੇ, ਯਾਰ ਇਹ ਨਹੀਂ ਮੈਂ ਕਰ ਸਕਦਾ, ਇਹ ਨਹੀਂ ਮੈਂ ਕਰ ਸਕਦਾ, ਇਹ ਮੇਰੇ ਤੋਂ ਨਹੀਂ ਹੋਣਾ, ਫਿਰ ਤੁਸੀਂ ਅੱਧਾ ਤਾਂ ਆਪ ਨਹੀਂ ਰੋਕ ਲਿਆ ਨਾ। ਐਗਜ਼ਾਮ ਤਾਂ ਤੁਹਾਡਾ ਟੈਸਟ ਬਾਅਦ ਚੋਂ ਲਏਗਾ, ਤੁਸੀਂ ਆਪ ਹੀ ਆਪਣੇ ਟੈਸਟ ਦੇ ਵਿੱਚ ਆਪਦੇ ਟੈਸਟ ਫੇਲ ਹੋ ਗਏ। ਤਾਂ ਇਸ ਦੇ ਲਈ ਹਮੇਸ਼ਾ ਜਦ ਵੀ ਕੋਈ ਚੀਜ਼ ਮੰਨੋ, ਚਾਹੇ ਇਹ ਐਗਜ਼ਾਮ ਹੋ ਗਿਆ, ਚਾਹੇ ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋ ਗਿਆ, ਉਹਦੇ ਲਈ ਤੁਹਾਨੂੰ ਆਪਣੇ ਅੰਦਰ ਇੱਕ ਕੌਨਫੀਡੈਂਸ ਰੱਖਣਾ ਪਊਗਾ ਕਿ ਜੇ ਮੈਂ ਕੀਤਾ ਤਾਂ ਮੈਂ ਇਸ ਦੇ ਪਾਰ ਹੋ ਜਾਵਾਂਗਾ। ਮੇਰੀ ਤਾਂ ਨਾ ਬਹੁਤ ਇੱਕ ਦਾਦੀ ਇੱਕ ਸਟੋਰੀ ਸੁਣਾਉਂਦੀ ਸੀ ਜਿਹੜੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ। ਕਹਿੰਦੀ ਸੀ ਜਦ ਕਿ ਤੂੰ ਕੋਈ ਵੀ ਚੀਜ਼ ਮੰਨੇਗਾ ਤਾਂ ਨਦੀ ਦੇ ਇਸ ਪਾਸੇ ਖੜਾ ਹੈਗਾ ਤੇ ਨਦੀ ਦੇ ਦੂਜੇ ਪਾਸੇ ਜਾਣਾ, ਤਾਂ ਨਦੀ ਦੇ ਵਿੱਚ ਜਦ ਛਾਲ ਮਾਰੇਗਾ ਤਾਂ ਇਹੀ ਸੋਚ ਕੇ ਛਾਲ ਮਾਰੇਗਾ ਨਾ ਕਿ ਮੈਂ ਨਦੀ ਦੇ ਦੂਜੇ ਪਾਸੇ ਪਹੁੰਚ ਜਾਊਂਗਾ। ਕੀ ਬਾਤ ਹੈ। ਜੇ ਤੂੰ ਆਹ ਸੋਚ ਕੇ ਛਾਲ ਮਾਰੇਗਾ ਕਿ ਮੈਂ ਪਤਾ ਨਹੀਂ ਪਹੁੰਚੂੰਗਾ ਨਹੀਂ ਪਹੁੰਚੂੰਗਾ, ਫਿਰ ਤੂੰ ਕਦੇ ਨਹੀਂ ਪਹੁੰਚ ਪਾਉਣਾ। ਤਾਂ ਇਸ ਕਰਕੇ ਜਦ ਤੁਸੀਂ ਕੋਈ ਟੀਚਾ ਮੰਨੋਗੇ, ਕੋਈ ਤਿਆਰੀ ਕਰਨੀ ਹੈ, ਤਾਂ ਤੁਸੀਂ ਨਦੀ ਦੇ ਵਿੱਚ ਛਲਾਂਗ ਮਾਰੋਗੇ ਤਾਂ ਇਹ ਸੋਚ ਕੇ ਹੌਸਲੇ ਨਾਲ ਤਾਂ ਮਾਰੋਗੇ ਕਿ ਚਾਹੇ ਮੈਨੂੰ ਟਾਈਮ ਲੱਗੇ, ਚਾਹੇ ਮੇਰੀ ਮਿਹਨਤ ਲੱਗੇ, ਬਟ ਮੈਂ ਉਸ ਪਾਸੇ ਪਹੁੰਚਣਾ ਹੀ ਹੈ। ਬਸ ਉਸ ਦੇ ਨਾਲ ਹੀ ਜ਼ਿੰਦਗੀ ਹੋ ਜਾਂਦੀ ਹੈ। ਸਭ ਦੀ ਆਲਮੋਸਟ ਸੇਮ ਹੀ ਸਕਸੈਸ ਸਟੋਰੀਜ਼ ਹੁੰਦੀਆਂ ਨੇ। ਤੇ ਯੂਥ ਨੂੰ ਆਖਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋ? ਕਈ ਵਾਰੀ ਹੋਊਏ ਹੁੰਦੇ ਆ, ਵੈਸੇ ਤਾਂ ਆਪਾਂ ਸਾਰੀਆਂ ਗੱਲਾਂ ਸਪਸ਼ਟ ਕਰ ਲਈਆਂ ਵੀ ਕੋਈ ਹੋਊਏ ਹੁੰਦੇ ਆ ਵੀ ਮੈਂ ਨਹੀਂ ਕਰ ਸਕਦਾ, ਮੇਰੇ ਆਰਥਿਕ ਸਾਧਨ ਘੱਟ ਹੈ, ਹਾਲਾਤ ਐਵੇਂ ਦੇ ਆ, ਇਹ ਚੀਜ਼ਾਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋ? ਯੂਥ ਨੂੰ ਦੋ ਤਿੰਨ ਹੀ ਮੈਸੇਜ ਦੇਣਾ ਚਾਹੂੰਗਾ ਕਿ ਦੇਖੋ, ਸਭ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਇੱਕ ਸਪੈਸ਼ਲ ਇਨਸਾਨ ਹੁੰਦਾ ਹੈ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਅਚੀਵਮੈਂਟ ਲਿਖੀ ਹੁੰਦੀ ਹੈ, ਠੀਕ ਹੈ। ਚਾਹੇ ਐਗਜ਼ਾਮ ਹੋਵੇ, ਚਾਹੇ ਕੋਈ ਹੋਰ ਚੀਜ਼ ਹੋਵੇ, ਬੰਦਾ ਕਿਸੇ ਦੁਨੀਆ 'ਚ ਉਹਦਾ ਪਰਪਸ ਕੁਛ ਨਾ ਕੁਛ ਕਰਨ ਲਈ ਤਾਂ ਰੱਬ ਨੇ ਉਹਨੂੰ ਭੇਜਿਆ ਹੀ ਹੈ। ਤਾਂ ਇਹ ਨਹੀਂ ਤਾਂ ਕੁਛ ਹੋਰ ਸਹੀ ਹੋਰ। ਬਟ ਉਸ ਦਾ ਯੂਥ ਨੂੰ ਮੈਂ ਇਹ ਕਹੂੰਗਾ ਕਿ ਹਾਂ, ਯੂਥ ਆਪਣਾ ਪੋਟੈਂਸ਼ੀਅਲ ਐਕਸਪਲੋਰ ਕਰੇ, ਆਪਣੇ ਆਪ ਨੂੰ ਪੋਟੈਂਸ਼ੀਅਲ ਐਕਸਪਲੋਰ ਕਰੇ, ਇਹ ਲੱਭੇ ਕਿ ਮੈਨੂੰ ਕਿਸ ਚੀਜ਼ ਦੇ ਵਿੱਚ ਜ਼ਿਆਦਾ ਅੱਛਾ ਲੱਗਦਾ ਹੈ, ਜ਼ਿਆਦਾ ਇੰਟਰਸਟਿੰਗ ਲੱਗਦਾ ਹੈ। ਬਟ ਹਾਂ, ਅਗਰ ਯੂਥ ਨੇ ਕੋਈ ਟੀਚਾ ਮੰਨਿਆ ਹੈਗਾ, ਕੋਈ ਟਾਰਗੇਟ ਫਿਕਸ ਕੀਤਾ ਹੈਗਾ, ਉਹ ਮੈਂ ਉਹਦੇ 'ਚ ਇਹ ਦੋ ਚੀਜ਼ਾਂ ਦਿੱਤੀਆਂ ਕਿ ਜਦੋਂ ਕੋਈ ਟਾਰਗੇਟ ਫਿਕਸ ਕਰ ਲਿਆ ਤਾਂ ਤੁਹਾਨੂੰ ਕੌਨਫੀਡੈਂਸ ਰੱਖਣਾ ਪਊਗਾ, ਮਿਹਨਤ ਕਰਨੀ ਪਊਗੀ। ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਆਸਾਨ ਨਹੀਂ ਹੈਗੀ। ਇਹ ਤਾਂ ਜਿਹੜੀਆਂ ਫਿਲਾਸਫੀਜ਼ ਹੈਗੀਆਂ ਨੇ ਕਿ ਕਿਸੇ ਨੂੰ ਕੋਈ ਚੀਜ਼, ਦੂਸਰੇ ਨੂੰ ਮਿਲੀ ਹੋਈ ਚੀਜ਼ ਆਸਾਨ ਲੱਗਦੀ ਹੈ, ਆਪਣੀ ਚੀਜ਼ ਔਖੀ ਲੱਗਦੀ ਹੈ, ਠੀਕ ਹੈ। ਸੋ ਹਰ ਚੀਜ਼, ਹਰ ਬੰਦੇ ਦੀ ਮਿਹਨਤ ਹੁੰਦੀ ਹੈ, ਕੰਟੀਨਿਊਸ ਸਟਰਗਲ ਹੁੰਦੀ ਹੈ, ਪਰਸੀਵਰੈਂਸ ਹੁੰਦਾ ਹੈ, ਟਾਈਮ ਹੁੰਦੀ ਹੈ, ਕਮਿਟਮੈਂਟ ਹੁੰਦੀ ਹੈ। ਸੋ ਇਹੀ ਇੱਕ ਮੇਜਰ ਮੰਤਰਾਸ ਆਫ ਸਕਸੈਸ ਹੈ। ਪੜ੍ਹਾਈ ਕੀ ਕਰਨੀ ਹੈ ਉਹ ਤਾਂ ਤੁਸੀਂ ਸਿੱਖ ਜਾਓਗੇ, ਕੀ ਲਿਖਣਾ ਹੈ ਐਗਜ਼ਾਮ ਦੇ ਵਿੱਚ ਉਹ ਵੀ ਤੁਹਾਨੂੰ ਆ ਜਾਏਗਾ। ਜੇ ਤੁਸੀਂ ਇਹ 4-5 ਚੀਜ਼ਾਂ ਆਪਣੀ ਰੂਟੀਨ, ਆਪਣਾ ਡਿਸਿਪਲਿਨ ਬਣਾ ਕੇ ਰੱਖ ਰਹੇ ਹੋ, ਆਪਣਾ ਕਮਿਟਡ ਰੱਖ ਰਹੇ ਹੋ, ਆਪਣਾ ਪੇਸ਼ੈਂਸ ਐਂਡ ਪਰਸੀਵਰੈਂਸ ਨਾਲ ਮਿਹਨਤ ਕਰ ਰਹੇ ਹੋ ਔਰ ਪੋਜ਼ਿਟਿਵਲੀ ਕੌਨਫੀਡੈਂਟ ਹੋ, ਤਾਂ ਕੋਈ ਵੀ ਜ਼ਿੰਦਗੀ 'ਚ ਚੀਜ਼ ਹਾਸਿਲ ਕੀਤੀ ਜਾ ਸਕਦੀ ਹੈ। ਤੇ ਮੇਰਾ ਲਾਸਟ ਯੂਥ ਨੂੰ ਮੈਸੇਜ ਇਹੀ ਰਹੇਗਾ ਕਿ ਕੋਈ ਵੀ ਚੀਜ਼ ਕਰੋ ਬਟ ਕੌਨਫੀਡੈਂਟਲੀ ਕਰੋ ਔਰ ਪੋਜ਼ਿਟਿਵ ਅਪਰੋਚ ਨਾਲ ਕਰੋ। ਬਹੁਤ ਚੰਗਾ ਲੱਗਿਆ ਸਰ, ਬਹੁਤ ਇੰਪੋਰਟੈਂਟ ਟਾਈਮ 'ਚ ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ ਟਾਈਮ ਦੇ ਲਈ, ਥੈਂਕ ਯੂ। ਗੌਤਮ ਜੈਨ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ। ਥੋੜ੍ਹੇ ਸਮੇਂ 'ਚ ਬਹੁਤ ਖੂਬਸੂਰਤ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ। ਕੋਈ ਵੀ ਜਦੋਂ ਤੁਸੀਂ ਟਾਰਗੇਟ ਆਪਦਾ ਮਿੱਥ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਹੌਸਲਾ ਤੁਹਾਡੇ ਪਰ ਹੈ। ਸੋ ਇਹਨਾਂ ਪਰਾਂ 'ਤੇ ਉਡਾਨ ਭਰੋ, ਮਿਹਨਤ ਕਰਦੇ ਰਹੋ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।